ਕਾਮੀ ਕ੍ਰੋਧੀ ਲਾਲਚੀ ਇਨ ਤੇ ਭਗਤ ਨ ਹੋਏ। ਭਗਤ ਕਰੇ ਕੋ ਸੂਰਮਾ ਜਾਤ ਵਰਨ ਕੁਲ ਖੋਏ। ਹੁਣ ਜਿਨ੍ਹਾਂ ਦੀ ਕੋਈ ਜਾਤ ਨਹੀਂ ਹੈ, ਕੋਈ ਕੁਲ ਨਹੀਂ ਹੈ, ਕੋਈ ਰੁਤਬਾ ਨਹੀਂ ਹੈ ਸਮਾਜ ਦੇ ਵਿੱਚ ਕਹਿ ਲਈਏ, ਉਹਨਾਂ ਨੂੰ ਤੁਸੀਂ ਕਰੋਧੀ ਕਰ ਵੀ ਨਹੀਂ ਸਕਦੇ ਹੋ। ਜਿਹੜਾ ਆਪਣਾ ਰੁਤਬਾ ਕੋਈ ਸਥਾਪਿਤ ਕਰ ਲੈਂਦਾ ਹੈ ਤਾਂ ਉਹਦੇ ਰੁਤਬੇ 'ਤੇ ਫਿਰ ਚੋਟ ਕੀਤੀ ਜਾਂਦੀ ਹੈ ਅਤੇ ਉਹਨੂੰ ਕ੍ਰੋਧ ਆਉਂਦਾ ਹੈ। ਅਤੇ ਜਿਹੜੇ ਪਰਮ ਪੁਰਖ ਹਨ, ਜਾਗਰਤ ਪੁਰਸ਼, ਇਹ ਆਪਣਾ ਕੋਈ ਰੁਤਬਾ ਸਥਾਪਿਤ ਨਹੀਂ ਕਰਦੇ ਹਨ, ਕਿਸੇ ਵੀ ਜਾਤ ਦੇ ਨਾਲ, ਮਜ਼ਹਬ ਦੇ ਨਾਲ, ਧਰਮ ਨਾਲ, ਕਿਸੇ ਨਾਲ ਵੀ ਨਹੀਂ ਜੋੜਦੇ। ਇਸ ਕਰਕੇ ਉਹਨਾਂ ਨੂੰ ਚੋਟ ਨਹੀਂ ਲੱਗਦੀ। ਉਹਨਾਂ ਨੂੰ ਕਿਸੇ ਢੰਗ ਦੇ ਨਾਲ ਵੀ ਤੁਸੀਂ ਅਪਮਾਨਿਤ ਨਹੀਂ ਕਰ ਸਕਦੇ ਹੋ, ਕਿਉਂਕਿ ਉਹ ਜਿਨ੍ਹਾਂ ਦੁਆਰਾ ਅਪਮਾਨਿਤ ਕੀਤਾ ਜਾ ਸਕਦਾ ਹੈ ਨਾ, ਉਹ ਕਾਰਨ ਹੀ ਛੱਡ ਦਿੰਦੇ ਆ। ਹੁਣ ਕੋਈ ਜਾਤ ਨਹੀਂ ਹੈ ਅਤੇ ਜਾਤ ਦੇ ਤਲ 'ਤੇ ਅਪਮਾਨ ਨਹੀਂ ਹੋ ਸਕਦਾ। ਕੋਈ ਧਰਮ ਨਹੀਂ ਹੈ, ਤੁਸੀਂ ਧਾਰਮਿਕ ਢੰਗ ਦੇ ਨਾਲ ਅਪਮਾਨਿਤ ਨਹੀਂ ਕਰ ਸਕਦੇ। ਕੋਈ ਅਣਖ ਨਹੀਂ ਹੈ, ਜਿਸ ਤਰ੍ਹਾਂ ਦੀ ਧਾਰਮਿਕ ਲੋਕ ਪਾਲਦੇ ਹਨ ਅਣਖ। ਦੇਖੋ, ਧਾਰਮਿਕ ਲੋਕ ਵੀ ਹੰਕਾਰ ਹੀ ਸਿਖਾਲਦੇ ਹਨ। ਉਹ ਤੁਹਾਨੂੰ ਇੱਕ ਰੁਤਬਾ ਦੇ ਦਿੰਦੇ ਹਨ। ਇਹੋ ਹੀ ਫਰਕ ਹੈ ਨਾ ਆਮ ਸਧਾਰਨ ਧਰਮ ਦੇ ਵਿੱਚ ਅਤੇ ਜਾਗਰਤ ਪੁਰਸ਼ ਦੇ ਵਿੱਚ। ਜਾਗਰਤ ਪੁਰਸ਼ ਨਿਰਹੰਕਾਰ ਸਿਖਾਉਂਦਾ ਹੈ, ਆਮ ਸਧਾਰਨ ਧਾਰਮਿਕ ਲੋਕ ਜਿਹੜੇ ਹਨ ਉਹ ਹੰਕਾਰ ਸਿਖਾਉਂਦੇ ਹਨ। ਉਹ ਕਹਿੰਦੇ ਹਨ ਆਪਣੇ ਧਰਮ ਦੇ ਵਿੱਚ ਅਣਖ ਦੇ ਨਾਲ ਜੀਣਾ ਹੈ। ਕੋਈ ਗਲਤ ਬੋਲਿਆ ਨਹੀਂ ਅਤੇ ਉਹ ਕ੍ਰੋਧਿਤ ਹੋਏ ਨਹੀਂ। ਦੇਖੋ, ਕੋਈ ਉਹਨਾਂ ਦੇ ਗੁਰੂਆਂ ਦੀ ਤਸਵੀਰ ਨੂੰ ਵੀ ਅਪਮਾਨਿਤ ਕਰ ਦਿੰਦਾ ਹੈ। ਤਸਵੀਰ ਕੀ ਹੈ? ਇੱਕ ਕਾਗਜ਼ 'ਤੇ ਰੰਗ ਭਰੇ ਹੋਏ ਰੰਗ ਹੀ ਹਨ। ਤਸਵੀਰ ਗੁਰੂ ਥੋੜ੍ਹੀ ਹੈ, ਪਰ ਲੋਕ ਮੰਨ ਲੈਂਦੇ ਹਨ ਗੁਰੂ। ਤਾਂ ਹੀ ਤਾਂ ਗੁਰੂ ਅਪਮਾਨਿਤ ਹੋਇਆ ਨਾ, ਤਦੇ ਤਾਂ ਗੁੱਸਾ ਆਇਆ, ਨਾਰਾਜ਼ਗੀ ਹੋਈ। ਤਸਵੀਰ ਦੇ ਨਾਲ ਜੁੜ ਗਏ ਅਤੇ ਤਸਵੀਰ ਨੂੰ ਅਪਮਾਨਿਤ ਕੀਤਾ, ਨਾਰਾਜ਼ਗੀ ਹੋ ਗਈ। ਅਗਰ ਜੁੜਦੇ ਨਾ ਤਸਵੀਰ ਨਾਲ ਤਾਂ ਫਿਰ ਲੱਖ ਅਪਮਾਨਿਤ ਕਰੀ ਜਾਓ ਤਸਵੀਰਾਂ ਨੂੰ। ਜਦੋਂ ਜੁੜ ਨਹੀਂ ਰਹੇ ਹਨ ਤਸਵੀਰ ਦੇ ਨਾਲ, ਫਿਰ ਨਾਰਾਜ਼ਗੀ ਨਹੀਂ ਨਾ ਹੁੰਦੀ। ਦੇਖੋ, ਜਿਨ੍ਹਾਂ ਨੇ ਕਿਹਾ ਸੀ ਸਾਡੀ ਕੋਈ ਤਸਵੀਰ ਨਾ ਬਣਾਇਓ, ਉਹਨਾਂ ਦੀ ਵੀ ਤਸਵੀਰ ਅਗਰ ਕੋਈ ਬਣਾ ਦਿੰਦਾ ਹੈ ਕਾਲਪਨਿਕ, ਤਾਂ ਵੀ ਨਾਰਾਜ਼ਗੀ ਹੁੰਦੀ ਹੈ। ਦੇਖੋ, ਮੁਹੰਮਦ ਸਾਹਿਬ ਦੀ ਤਸਵੀਰ ਬਣ ਗਈ, ਹੈ ਤਾਂ ਤਸਵੀਰ ਹੀ ਉਹ ਕਾਲਪਨਿਕ ਹੈ, ਪਰ ਲੋਕ ਜੁੜ ਗਏ ਉਹਦੇ ਨਾਲ ਅਤੇ ਤਸਵੀਰ ਦਾ ਅਪਮਾਨ ਵੀ ਨਹੀਂ ਸਹਿ ਸਕਦੇ, ਉਹਦੇ ਨਾਲ ਜੁੜ ਗਏ ਨਾ। ਕੋਈ ਮੂਰਤੀ ਨਾਲ ਜੁੜ ਗਏ, ਕੋਈ ਸ਼ਬਦਾਂ ਨਾਲ ਜੁੜ ਗਿਆ। ਸ਼ਬਦ ਵੀ ਵੈਸੇ ਹੀ ਤਸਵੀਰ ਹਨ, ਖਿਆਲ ਵਿੱਚ ਰੱਖੋ। ਸ਼ਬਦ ਦਾ ਅਪਮਾਨ ਨਹੀਂ ਹੋ ਸਕਦਾ ਹੈ। ਕਿਵੇਂ ਕਰੋਗੇ ਸ਼ਬਦ ਦਾ ਅਪਮਾਨ? ਬਾਣੀ ਦਾ ਅਪਮਾਨ ਕਿਵੇਂ ਕਰੋਗੇ? ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਉੱਤੇ ਆਕਾਰ ਤੋਂ ਰਹਿਤ ਹੈ, ਉਹਦਾ ਤਾਂ ਅਪਮਾਨ ਹੋ ਹੀ ਨਹੀਂ ਸਕਦਾ। ਪਰ ਜਿਹਦੇ ਨਾਲ ਇਹ ਜੁੜੇ ਹੋਏ ਹਨ ਉਹਦਾ ਹੋ ਸਕਦਾ ਹੈ। ਇਹ ਆਕਾਰ ਦੇ ਨਾਲ ਜੁੜ ਕੇ, ਸਿੱਖ ਆਕਾਰ ਦੇ ਨਾਲ ਜੁੜੇ ਹੋਏ ਹਨ, ਤਸਵੀਰਾਂ ਦੇ ਨਾਲ ਜੁੜੇ ਹੋਏ। ਇਸ ਕਰਕੇ
ਇਹਨਾਂ ਨੂੰ ਨਾਰਾਜ਼ਗੀ ਹੁੰਦੀ ਹੈ, ਕੋਈ ਅਪਮਾਨ ਕਰਦਾ ਹੈ। ਇੱਦਾਂ ਹੀ ਤੁਸੀਂ ਧਰਮ ਦੇ ਨਾਲ ਜੁੜ ਜਾਂਦੇ, ਅਤੇ ਛੋਟੀ ਛੋਟੀ ਚੀਜ਼ ਦੇ ਨਾਲ ਵੀ ਜੁੜ ਜਾਂਦਾ ਹੈ ਆਦਮੀ, ਉਹਦੇ ਨਾਲ ਵੀ ਨਾਰਾਜ਼ਗੀ ਹੁੰਦੀ। ਦੇਖੋ ਹੁਣ ਜਿਵੇਂ ਸਮਝ ਲਵੋ ਕਿਸੇ ਨੇ ਮੁੱਛ ਖੜੀ ਨੂੰ ਹੰਕਾਰ ਦਾ ਪ੍ਰਤੀਕ ਬਣਾ ਲਿਆ ਵੀ ਮੈਂ ਪਿੰਡ ਦੇ ਵਿੱਚ ਦੇਖੋ ਇੱਕੋ ਹੀ ਹਾਂ, ਮੁੱਛ ਖੜੀ ਵਾਲਾ, ਬਾਕੀ ਸਭ ਥੱਲੇ ਕਰਕੇ ਰੱਖਣਗੇ, ਕੋਈ ਨਹੀਂ ਉੱਚੀ ਕਰ ਸਕਦਾ। ਕਹਿੰਦੇ ਕੋਈ ਨਵਾਂ ਬੰਦਾ ਰਹਿਣ ਵਾਸਤੇ ਆਇਆ ਉਸ ਪਿੰਡ ਦੇ ਵਿੱਚ, ਤਾਂ ਉਹਨੂੰ ਵੀ ਸ਼ੌਂਕ ਸੀ ਮੁੱਛ ਖੜੀ ਰੱਖਣ ਦਾ, ਉੱਪਰ ਨੂੰ ਵਾਲ ਹੀ ਖੜੇ ਕਰਨੇ ਤਾਂ, ਅਤੇ ਵਾਲ ਤਾਂ ਨੂੰ ਖੜੇ ਕੀਤੇ। ਉਹਦੇ ਸਾਹਮਣੇ ਦੀ ਲੰਘਣ ਲੱਗਾ, ਉਹ ਕਹਿੰਦਾ ਵੀ ਤੈਨੂੰ ਪਤਾ ਨਹੀਂ ਵੀ ਇਸ ਨਗਰ ਦੇ ਵਿੱਚ ਮੈਂ ਇਕੱਲਾ ਹੀ ਜਿਹੜਾ ਮੁੱਛ ਖੜੀ ਰੱਖ ਸਕਦਾ ਉੱਪਰ ਨੂੰ, ਤੂੰ ਕਿਵੇਂ ਖੜੀ ਕਰ ਲਈ? ਇੱਥੇ ਇੱਕੋ ਹੀ ਆਦਮੀ ਰਹਿ ਸਕਦਾ ਪਿੰਡ ਦੇ ਵਿੱਚ ਮੁੱਛ ਖੜੀ ਵਾਲਾ, ਭਾਵ ਕਿ ਹੰਕਾਰੀ, ਸ੍ਰੇਸ਼ਟ, ਮਹਾਨ, ਮੇਰੇ ਵਰਗਾ। ਜਾਂ ਤਾਂ ਮੁੱਛ ਥੱਲੇ ਕਰ ਲਾ, ਨਹੀਂ ਤਾਂ ਮੇਰੇ ਨਾਲ ਮੁਕਾਬਲਾ ਕਰ। ਇੱਕੋ ਹੀ ਰਹਿਣਾ ਚਾਹੀਦਾ, ਇੱਕੋ ਹੀ ਹੋਵੇਗਾ। ਉਹ ਡਰ ਗਿਆ, ਸਿੱਧਾ ਸਾਦਾ ਬਾਣੀਆ ਸੀ। ਉਹਨੇ ਕਿਹਾ ਵੀ ਇੱਦਾਂ ਕਰਦੇ ਹਾਂ, ਵੀ ਮੁਕਾਬਲਾ ਕਰਨ ਤੋਂ ਪਹਿਲਾਂ ਮੈਂ ਇੱਕ ਵਾਰ ਘਰੋਂ ਹੋ ਆਵਾਂ। ਉਹਨੇ ਚਲਾਕੀ ਤੋਂ ਕੰਮ ਲਿਆ ਵੀ ਜਦੋਂ ਤਲਵਾਰ ਚੱਲੇਗੀ, ਅਗਰ ਮੈਂ ਮਾਰਿਆ ਗਿਆ ਤਾਂ ਮੇਰਾ ਪਰਿਵਾਰ ਪਿੱਛੇ ਰੁੜੂਗਾ ਨਾ, ਮੈਂ ਪਰਿਵਾਰ ਨੂੰ ਪਹਿਲਾਂ ਮਾਰ ਆਵਾਂ, ਸਮਾਪਤ ਕਰ ਦੇਵਾਂ। ਅਤੇ ਮੈਂ ਤੈਨੂੰ ਵੀ ਕਹਿਣਾ ਵੀ ਤੂੰ ਵੀ ਪਰਿਵਾਰ ਨੂੰ ਸਮਾਪਤ ਕਰ ਦੇ, ਹੋ ਸਕਦਾ ਤੂੰ ਮਰ ਜਾ। ਉਹ ਬਾਣੀਆਂ ਥੋੜ੍ਹੇ ਚਿਰ ਬਾਅਦ ਨਾ ਮੁੱਛਾਂ ਥੱਲੇ ਨੂੰ ਕਰਕੇ ਆ ਗਏ। ਉਹ ਸਾਹਮਣੇ ਤਲਵਾਰ ਲੈ ਕੇ ਖੜਾ ਵੀ ਮੁਕਾਬਲਾ ਕਰਨਾ। ਉਹ ਕਹਿੰਦਾ ਕੀ ਗੱਲ ਹੋਈ? ਕਹਿੰਦਾ ਮੈਂ ਇਰਾਦਾ ਬਦਲ ਲਿਆ ਵੀ ਇਹਨਾਂ ਨਿਰਦੋਸ਼ ਮਾਸੂਮਾਂ ਨੂੰ ਕਿਉਂ ਮਾਰਨਾ ਹੈ, ਪਰਿਵਾਰ ਨੂੰ ਆਪਾਂ ਮੁੱਛਾਂ ਹੀ ਥੱਲੇ ਨੂੰ ਕਰ ਲਓ। ਪਰ ਜਿਹੜਾ ਹੰਕਾਰੀ ਹੈ ਉਹ ਆਪਣਾ ਹੀ ਨੁਕਸਾਨ ਕਰ ਲੈਂਦਾ ਹੈ, ਆਪਣੇ ਹੀ ਪਰਿਵਾਰ ਨੂੰ ਮਾਰ ਲੈਂਦਾ ਹੈ, ਆਪਣੇ ਹੀ ਜੀਵਨ ਨੂੰ ਨਸ਼ਟ ਕਰਦਾ ਹੈ। ਦਰਅਸਲ ਹੰਕਾਰ ਕਰਦਾ ਹੈ ਨਸ਼ਟ, ਹੰਕਾਰ ਦੇ ਪਿੱਛੇ ਕ੍ਰੋਧ ਆਉਂਦਾ ਹੈ। ਤੇ ਮੁੱਛ ਖੜੀ ਕਰਨ ਦੇ ਨਾਲ ਵੀ ਹੰਕਾਰ ਦੀ ਤ੍ਰਿਪਤੀ ਹੈ। ਦੇਖੋ ਹੈ ਤੇ ਕੁਛ ਵੀ ਤੇ ਅਕਸਰ ਉਲਟੀ ਹੀ ਗੱਲ ਹੁੰਦੀ ਹੈ। ਹੋਣੀ ਤੇ ਚਾਹੀਦੀ ਸੀ ਵੀ ਧਾਰਮਿਕ ਲੋਕ ਜਿਹੜੇ ਆ ਨਿਰਹੰਕਾਰੀ ਹੁੰਦੇ, ਪਰ ਧਾਰਮਿਕ ਹੋ ਕੇ ਆਦਮੀ ਹੰਕਾਰੀ ਹੋ ਜਾਂਦਾ ਹੈ। ਜਦੋਂ ਦਾੜਾ ਕੇਸ ਰੱਖ ਲੈਂਦਾ, ਮੁੱਛਾਂ ਫਿਰ ਤਾਂ ਨੂੰ ਖੜੀਆਂ ਕਰ ਲੈਂਦਾ, ਫਿਰ ਦੂਸਰਿਆਂ ਨੂੰ ਡਰਾਉਂਦਾ ਹੈ। ਅਤੇ ਉੱਦਾਂ ਵੇਖ ਲਓ, ਇਹੋ ਹੀ ਧਾਰਮਿਕ ਲੋਕ ਕਹਿੰਦੇ ਹਨ ਇਸਤਰੀਆਂ ਨੂੰ ਵੀ ਤੁਸੀਂ ਆ ਬਿਊਟੀ ਪਾਰਲਰ ਦੇ ਵਿੱਚ ਜਾਂਦੀਆਂ, ਸਿੱਖ ਬੱਚੀਆਂ ਨੂੰ ਜਾਣਾ ਨਹੀਂ ਚਾਹੀਦਾ। ਪਰ ਇਹ ਨੌਜਵਾਨ ਜਿਹੜੇ ਹਨ, ਜਿਨ੍ਹਾਂ ਨੇ ਦਾੜੇ ਰੱਖੇ ਹੋਏ ਹਨ, ਮੁੱਛਾਂ ਰੱਖੀਆਂ ਹੋਈਆਂ ਹਨ, ਇਹ ਵੀ ਬਹੁਤ ਸਮਾਂ ਇਹੋ ਹੀ ਕੰਮ ਕਰਦੇ ਹਨ, ਸਵਾਰਦੇ ਹਨ ਮੁੱਛਾਂ ਨੂੰ, ਦਾੜੀ ਨੂੰ ਸਵਾਰਦੇ ਹਨ। ਦੇਖੋ ਮੁੱਛਾਂ ਨੂੰ ਤਾਂ ਨੂੰ ਵੱਢ ਚੜਾ ਕੇ ਖੜੇ ਕਰ ਰਹੀਆਂ ਹਨ। ਕੀ ਕਰ ਰਹੇ ਹਨ ਇਹ? ਇਸਤਰੀਆਂ ਆਈਬਰੋ ਨੂੰ ਤਾਂ ਨੂੰ ਕਰਦੀਆਂ ਹਨ, ਇਹ ਮੁੱਛਾਂ ਨੂੰ ਤਾਂ ਨੂੰ ਕਰ ਰਹੇ ਹਨ। ਫਰਕ ਕਿੱਥੇ ਹੈ? ਪਰ ਇਹ ਆਪਣੇ ਆਪ ਨੂੰ ਸ੍ਰੇਸ਼ਟ ਸਮਝਦੇ ਹਨ, ਕਰ ਤੇ ਉਹੀ ਕੰਮ ਰਹੇ ਹਨ, ਸੂਰਤ ਹੀ ਸਵਾਰ ਰਹੇ ਹਨ। ਅਤੇ ਕਈ ਬਹੁਤ ਸਵਾਰਦੇ ਹਨ, ਕੁੰਡਲ ਪਾਉਂਦੇ ਹਨ ਦਾੜੀਆਂ ਨੂੰ, ਕੰਮ ਤੇ ਉਹੀ ਕਰ ਰਹੇ ਹਨ। ਸੂਰਤ ਹੀ ਇਸਤਰੀ ਸਵਾਰ ਰਹੀ ਹੈ, ਬਿਊਟੀ ਪਾਰਲਰ ਜਾ ਕੇ ਸੂਰਤ ਹੀ ਇਹ ਸਵਾਰ ਰਹੇ ਆ। ਕਿੰਨਾ ਸਮਾਂ ਲਾਉਂਦੇ ਹਨ।
ਪੱਗਾਂ ਬੰਨ੍ਹਣ ਦਿਖਾਉਂਦੇ ਹਨ। ਅਤੇ ਜਿਵੇਂ ਕੋਈ ਸੁੰਦਰ ਇਸਤਰੀ ਬਣ ਕੇ ਬਾਜ਼ਾਰ ਦੇ ਵਿੱਚ ਪ੍ਰਦਰਸ਼ਨ ਕਰਦੀ ਹੈ, ਉੱਦਾਂ ਹੀ ਇਹ ਕਰ ਰਹੇ ਹਨ ਧਾਰਮਿਕ ਢੰਗ ਨਾਲ। ਅਤੇ ਇਹ ਠੀਕ ਸਮਝਿਆ ਜਾਂਦਾ। ਇਹ ਵੀ ਹੰਕਾਰ ਦਾ ਪ੍ਰਤੀਕ ਹੈ ਨਾ, ਵੀ ਧਾਰਮਿਕ ਵੀ ਹਾਂ ਅਸੀਂ। ਅਤੇ ਦੇਖੋ ਸੂਰਤ ਵੱਲ ਧਿਆਨ ਹੈ ਜਿਹਦਾ, ਇਹ ਸੂਰਤ ਸਦਾ ਰਹਿਣ ਵਾਲੀ ਥੋੜ੍ਹੀ। ਸੂਰਤ ਦਾ ਹੰਕਾਰ ਕਰਦਾ, ਸਰੀਰ ਦਾ ਹੰਕਾਰ ਕਰਦਾ। ਤਨ ਧਨ ਜਹ ਤਉ ਕੋ ਦਿਓ ਜਾਸੋ ਨਿਹੋ ਨ ਕੀ, ਕਿਆ ਹੈ ਨਾ, ਇਸ ਤਨ ਕਾ ਗਰਬ ਨ ਕੀਜੈ। ਕਿੰਨੀ ਵਾਰਾਂ ਕਿਹਾ ਹੈ। ਅਤੇ ਤਨ ਦਾ ਗਰਬ ਕਰਦਾ ਹੈ, ਮਾਣ ਕਰਦਾ ਹੈ, ਸੁੰਦਰਤਾ ਦਾ ਸੁੰਦਰ ਹੋ ਕੇ ਦਿਖਾਲਦਾ ਹੈ, ਪ੍ਰਦਰਸ਼ਨ ਕਰਦਾ ਹੈ ਆਪਣਾ। ਹੰਕਾਰੀ ਹੈ ਨਾ, ਪਰ ਇਹ ਧਾਰਮਿਕ ਹੰਕਾਰੀ ਨਹੀਂ ਦਿਖ ਰਿਹਾ। ਅਤੇ ਧਾਰਮਿਕ ਜਗਤ ਦੇ ਵਿੱਚ ਵੀ ਹੰਕਾਰ ਹੀ ਸਿਖਾਇਆ ਜਾਂਦਾ। ਇਸ ਕਰਕੇ ਲੋਕ ਜ਼ਿਆਦਾ ਕ੍ਰੋਧੀ ਹੋ ਜਾਂਦੇ ਆ। ਉਹਨਾਂ ਨੂੰ ਰੰਚਕ ਮਾਤਰ ਵੀ ਚੋਟ ਜਿਹੜੀ ਸਹਾਰ ਨਹੀਂ ਹੁੰਦੀ ਹੈ ਧਾਰਮਿਕ ਵਿਅਕਤੀ ਨੂੰ। ਅਜੇ ਆ ਧਾਰਮਿਕ ਵਿਅਕਤੀ ਜ਼ਿਆਦਾ ਸਹਾਰ ਲੈਂਦਾ। ਗੱਲ ਉਲਟੀ ਹੋ ਜਾਂਦੀ। ਹੋਣਾ ਚਾਹੀਦਾ ਸੀ ਹੰਕਾਰ ਘੱਟ, ਹੋ ਰਿਹਾ ਹੈ ਜ਼ਿਆਦਾ। ਧਾਰਮਿਕ ਢੰਗ ਦੇ ਨਾਲ ਵੀ ਹੰਕਾਰ ਹੀ ਵੱਧਦਾ ਹੈ। ਮੈਂ ਅਕਸਰ ਕਹਿੰਦਾ ਉਹਨਾਂ ਨੂੰ, ਬਿਮਾਰੀਆਂ ਵੱਧਦੀਆਂ ਹਨ ਧਾਰਮਿਕ ਢੰਗ ਨਾਲ। ਆਦਮੀ ਪਰਿਵਾਰ ਨਾਲ ਮੋਹ ਪਾਉਂਦਾ ਹੈ, ਫਿਰ ਧਰਮ ਨਾਲ ਵੀ ਉਸ ਤਰ੍ਹਾਂ ਹੀ ਮੋਹ ਪਾ ਲੈਂਦਾ ਹੈ। ਧਾਰਮਿਕ ਚਿੰਨ੍ਹਾਂ ਦੇ ਨਾਲ, ਧਾਰਮਿਕ ਤਸਵੀਰਾਂ ਦੇ ਨਾਲ, ਧਾਰਮਿਕ ਕਰੈਕਟਰ ਦੇ ਨਾਲ, ਇਹ ਵੀ ਮੋਹ ਹੀ ਹੈ ਨਾ। ਅਤੇ ਧਾਰਮਿਕ ਖਿਆਲਾਂ ਦੇ ਨਾਲ ਬੰਧ ਜਾਂਦਾ ਅਤੇ ਹੰਕਾਰੀ ਹੋ ਜਾਂਦਾ। ਫਿਰ ਇਹੋ ਹੀ ਧਾਰਮਿਕ ਲੋਕ ਲੜਦੇ ਹਨ ਜ਼ਿਆਦਾਤਰ। ਅਤੇ ਜਿਹੜੇ ਵੀ ਧਰਮ ਦੇ ਵਿੱਚ ਕੱਟੜ ਹੋ ਜਾਂਦੇ ਹਨ, ਇਸਲਾਮ ਧਰਮ ਦੇ ਵਿੱਚ ਜਿਹੜੇ ਕੱਟੜ ਹੋ ਜਾਂਦੇ ਹਨ, ਉਹ ਵੀ ਦੂਸਰਿਆਂ ਨੂੰ ਨਾਪਾਕ ਸਮਝਦੇ ਆ। ਮਾਰੋ ਦੂਸਰਿਆਂ ਨੂੰ, ਮਾਰਨਾ ਪੁੰਨ ਹੈ। ਇੱਦਾਂ ਹੀ ਹਰ ਧਰਮ ਦੇ ਵਿੱਚ ਐਸਾ ਸਮਝਿਆ ਜਾਂਦਾ ਹੈ ਵੀ ਸਾਡਾ ਹੀ ਧਰਮ ਸ੍ਰੇਸ਼ਟ ਹੈ। ਸਾਡੇ ਧਰਮ ਤੋਂ ਜਿਹੜਾ ਬਾਹਰ ਹੈ ਨਾ, ਉਹ ਤਾਂ ਪਾਪੀ ਹੈ, ਉਹ ਧਾਰਮਿਕ ਹੀ ਨਹੀਂ ਹੈ। ਤੂੰ ਆਪਣੇ ਹੀ ਧਰਮ ਦਾ ਹੰਕਾਰ ਲੈ ਕੇ ਚੱਲਦਾ, ਹੰਭਾਵ। ਤੁਹਾਨੂੰ ਵੀ ਕ੍ਰੋਧ ਬਹੁਤ ਆਵੇਗਾ। ਅਤੇ ਕ੍ਰੋਧ ਹੰਭਾਵ ਤੋਂ ਆਉਂਦਾ। ਹੰਭਾਵ ਤੁਸੀਂ ਜਿਹਦੇ ਨਾਲ ਵੀ ਜੋੜ ਲਓਗੇ, ਸਰੀਰ ਨਾਲ ਜੋੜ ਲਓ, ਆਪਣੀ ਸੰਪੱਤੀ ਨਾਲ ਜੋੜ ਲਓ, ਮੇਰੇ ਕੋਲ ਇੰਨਾ ਧਨ ਹੈ, ਆਪਣੀ ਜਾਇਦਾਦ ਨਾਲ ਜੋੜ ਲਓ, ਆਪਣੇ ਪਰਿਵਾਰ ਨਾਲ ਜੋੜ ਲਓ। ਹੰਕਾਰ, ਫਿਰ ਚੋਟ ਲੱਗੇਗੀ। ਮੇਰਾ ਪਰਿਵਾਰ, ਮੇਰੇ ਪਰਿਵਾਰ ਨੂੰ ਕੋਈ ਬੁਰਾ ਭਲਾ ਕਹਿ ਦੇ, ਹੈ ਕੋਈ? ਮੇਰੇ ਬੇਟੇ ਨੂੰ ਕਹਿ ਦੇਵੇ ਬੁਰਾ ਭਲਾ ਕੋਈ, ਛੱਡੂੰਗਾ ਨਹੀਂ। ਉਹਦੇ ਨਾਲ ਜੋੜ ਲੈ ਮੇਰਾ। ਅਤੇ ਜਿੱਥੇ ਮੇਰਾ ਜੁੜ ਗਿਆ ਹੰਕਾਰ, ਮੈਂ, ਤਾਂ ਉੱਥੇ ਹੀ ਚੋਟ ਲੱਗੇਗੀ। ਜਿੰਨਾ ਜ਼ਿਆਦਾ ਜੋੜ ਲਿਆ ਹੈ, ਰਾਜਨੀਤਿਕ ਆਦਮੀ ਨੂੰ ਜ਼ਿਆਦਾ ਚੋਟ ਲੱਗਦੀ। ਆਪਣੇ ਹੰਕਾਰ ਨੂੰ ਬਹੁਤ ਵਿਸਥਾਰ ਦੇ ਵਿੱਚ ਲੈ ਕੇ ਜਾਂਦਾ ਹੈ ਵੀ ਮੈਨੂੰ ਕੋਈ ਬੁਰਾ ਕਵੇ ਹੀ ਨਾ। ਹੁਣ ਤੁਸੀਂ ਸੋਚ ਲਓ, ਤੁਸੀਂ ਜਿਹੜੇ ਸਥਾਨ 'ਤੇ ਰਹਿ ਰਹੇ ਹੋ, ਜਗ੍ਹਾ 'ਤੇ ਰਹਿ ਰਹੇ ਹੋ, ਜਿਸ ਏਰੀਏ 'ਚ ਰਹਿੰਦੇ ਹੋ, ਵੀ ਕੋਈ ਵੀ ਤੁਹਾਨੂੰ ਬੁਰਾ ਨਾ ਕਵੇ। ਇਹ ਤੁਸੀਂ ਖਿਆਲ ਪੱਕਾ ਕਰ ਲਓ ਅਤੇ ਤੁਹਾਨੂੰ ਜ਼ਿਆਦਾ ਚੋਟ ਲੱਗੇਗੀ। ਕਿਉਂਕਿ ਬਹੁਤ ਲੋਕ ਐਸੇ ਹਨ ਜਿਹੜਾ ਬੁਰਾ ਕਹਿਣਗੇ, ਬੁਰਾ ਸੋਚਣਗੇ। ਚਲੋ ਵਿਦੇਸ਼ਾਂ ਦੇ ਵਿੱਚ ਤਾਂ ਬਹੁਤਿਆਂ ਨੂੰ ਇੱਕ ਦੂਸਰੇ ਨੂੰ ਲੈਣਾ ਦੇਣਾ ਨਹੀਂ ਹੁੰਦਾ, ਪਰ ਜਿੱਥੇ ਤੁਹਾਡੇ ਆਪਣੇ ਹਨ ਜਾਂ ਨਗਰਾਂ ਦੇ ਵਿੱਚ ਰਹਿੰਦੇ ਹਨ ਲੋਕ, ਇੱਕ ਦੂਸਰੇ ਨੂੰ ਜਾਣਦੇ ਹਨ, ਉੱਥੇ ਤਾਂ ਬਹੁਤ ਕਠਿਨ ਹੈ। ਉੱਥੇ ਤਾਂ ਇੱਕ ਦੂਸਰੇ ਦੀ ਜ਼ਿਆਦਾ ਨਿੰਦਾ ਕਰਦੇ ਹਨ ਲੋਕ, ਕਿਉਂਕਿ ਇੱਕ ਦੂਸਰੇ ਨੂੰ ਜਾਣਦੇ ਹਨ, ਇੱਕ ਦੂਸਰੇ ਨਾਲ ਈਰਖਾ ਕਰਦੇ, ਕਿਸੇ ਨੂੰ ਵੱਧਦਾ ਦੇਖਣਾ ਨਹੀਂ ਚਾਹੁੰਦੇ। ਅਤੇ ਤੁਸੀਂ ਖਿਆਲ ਕਰ ਲਿਆ, ਅਗਰ ਤੁਸੀਂ ਖਿਆਲ ਕਰੋ ਵੀ ਜ਼ਰੂਰੀ ਹੈ
ਵੀ ਮੈਨੂੰ ਕੋਈ ਬੁਰਾ ਭਲਾ ਨਾ ਕਵੇ ਮੈਂ ਕੌਣ ਹਾਂ। ਸਾਰਿਆਂ ਨੂੰ ਸੁਤੰਤਰਤਾ ਹੈ, ਜੋ ਕੋਈ ਕੁਛ ਮਰਜ਼ੀ ਕਹਿ ਸਕਦਾ ਤਾਂ ਉਹਨੂੰ ਚੋਟ ਨਹੀਂ ਲੱਗੇਗੀ। ਜਿਹੜਾ ਹੰਕਾਰ ਨਹੀਂ ਪਾਲੇਗਾ ਆਪਣਾ, ਮੈਂ ਕੁਝ ਵੀ ਨਹੀਂ ਹਾਂ। ਇਸ ਕਰਕੇ ਪਰਮ ਪੁਰਖਾਂ ਨੂੰ ਚੋਟ ਨਹੀਂ ਸੀ ਲੱਗਦੀ। ਬਾਬੇ ਨਾਨਕ ਨੂੰ ਲੋਕ ਗਾਲਾਂ ਕੱਢਦੇ ਹੀ ਸਨ, ਪਿੰਡ ਦੇ ਵਿੱਚ ਕਈ ਪੱਥਰ ਵੀ ਮਾਰਦੇ ਸਨ, ਰਹਿਣ ਵੀ ਨਹੀਂ ਸੀ ਦਿੰਦੇ। ਹਰ ਇੱਕ ਦੇ ਨਾਲ ਐਸਾ ਹੁੰਦਾ ਹੈ। ਨਗਰਾਂ ਦੇ ਲੋਕ ਵਿੱਚ ਈਰਖਾਲੂ ਜ਼ਿਆਦਾ ਹੋ ਜਾਂਦੇ ਹਨ। ਉਹਨਾਂ ਦੀ ਪ੍ਰਭਤਾ ਦੇਖ ਕੇ, ਮਾਣ ਵਡਿਆਈ ਦੇਖ ਕੇ ਵੀ ਨਾਰਾਜ਼ ਹੁੰਦੇ ਆ। ਇੱਜ਼ਤ ਮਾਣ ਤੇ ਬਹੁਤ ਜ਼ਿਆਦਾ ਨਾਰਾਜ਼ ਹੁੰਦੇ ਹਨ, ਪਰ ਉਹ ਫਿਰ ਵੀ ਨਾਰਾਜ਼ ਨਹੀਂ ਹੁੰਦੇ ਹਨ ਵੀ ਇਹਨਾਂ ਦਾ ਕਸੂਰ ਨਹੀਂ ਹਨ। ਇਹ ਜੈਸੇ ਸਮਾਜ 'ਚ ਰਹਿ ਰਹੇ ਹਨ, ਇਹਨਾਂ ਦੇ ਵਿਚਾਰਧਾਰਾ ਵੈਸੀ ਬਣ ਗਈ ਹੈ। ਤੇ ਸਭ ਪਰਮਾਤਮਾ ਚਲਾ ਤੇ ਪਰਮਾਤਮਾ ਹੀ ਰਿਹਾ ਹੈ, ਪਰ ਸੋਚ ਲਹਿਦਾ ਲਹਿਦਾ ਬਣ ਗਈ ਸਾਰਿਆਂ ਦੀ, ਖਿਆਲਾਤ ਲਹਿਦਾ ਲਹਿਦਾ ਬਣ ਗਏ। ਇਸ ਕਰਕੇ ਇਹ ਪਰਤੰਤਰ ਹਨ ਆਪਣੇ ਖਿਆਲਾਤਾਂ ਦੇ, ਆਪਣੀ ਸੋਚ ਦੇ। ਉਹਨਾਂ ਨੂੰ ਉਹਨਾਂ 'ਤੇ ਤਰਸ ਆਉਂਦਾ ਹੈ, ਕ੍ਰੋਧਿਤ ਨਹੀਂ ਹੁੰਦੇ। ਅਗਰ ਉਹਨਾਂ 'ਤੇ ਕੋਈ ਨਾਰਾਜ਼ ਹੋਵੇ ਨਾ, ਉਹ ਤਰਸ ਕਰਦੇ ਹਨ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ।